ਸਰਬ ਸਾਂਝੀਵਾਲਤਾ ਦਾ ਉਪਦੇਸ਼ ਤਾਂ ਹਰ ਕੋਈ ਪੀਰ ਫਕੀਰ ਢਾਡੀ ਪ੍ਰਚਾਰਕ ਰਾਗੀ ਦਿੰਦਾ ਹੈ, ਪਰ ਕਹਿਣ ਦਾ ਅਸਰ ਉਸੇ ਦਾ ਹੁੰਦਾ ਹੈ ਜਿਸ ਨੇ ਆਪ ਅਮਲ ਕੀਤਾ ਹੋਵੇ। ਇੱਕ ਉਪਦੇਸ਼ ਆਮ ਬੰਦੇ ਨੂੰ ਕਰਨਾ ਉਹ ਵੀ ਕੋਈ ਔਖੀ ਗੱਲ ਨਹੀਂ, ਪਰ ਜਿਸ ਕੋਲ ਕੋਈ ਸਾਧਨਾ ਹੈ, ਸ਼ਕਤੀ ਹੈ, ਉਸ ਨੂੰ ਸਿੱਧੇ ਰਸਤੇ ਪਾਉਣਾ ਬਹੁਤ ਵੱਡੀ ਗੱਲ ਹੈ। ਕਿਸੇ ਰਾਜੇ ਨੂੰ ਸਿੱਧੇ ਰਸਤੇ ਪਾ ਦੇਣਾ, ਉਹਦੀ ਬਦੌਲਤ ਉਸਦੇ ਕਿਤਨੇ ਨੌਕਰਾਂ ਚਾਕਰਾਂ ਦਾ ਭਲਾ ਹੋ ਜਾਣਾ, ਜਾਂ ਕਿਸੇ ਫਕੀਰ ਨੂੰ ਸਿੱਧੇ ਰਸਤੇ ਪਾ ਦੇਣਾ ਜਿਸ ਦੀ ਬਦੌਲਤ ਉਹ ਗਰਜਵੰਦਾਂ ਨੂੰ ਆਪਣਾ ਧਰਮ ਛੱਡ ਦੇਣ ਲਈ ਕਹਿੰਦਾ ਹੋਵੇ। ਇਹੋ ਹੀ ਨਿਸ਼ਾਨਾ ਲੈ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਸੰਸਾਰ 'ਤੇ ਆਏ, ਕਿਉਂਕਿ ਅਵਤਾਰ ਤਾਂ ਪਹਿਲਾਂ ਵੀ ਆਏ। ਜਿਵੇਂ ਰਾਮ ਜੀ ਆਏ, ਰਾਵਣ ਨੂੰ ਮਾਰਿਆ, ਕੰਮ ਖਤਮ। ਕ੍ਰਿਸ਼ਨ ਜੀ ਆਏ, ਕੰਸ ਨੂੰ ਮਾਰਿਆ, ਕੰਮ ਮੁੱਕਿਆ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਮੇਰਾ ਨਿਸ਼ਾਨਾ ਇਹ ਨਹੀਂ ਕਿ ਬਿਮਾਰ ਨੂੰ ਜ਼ਹਿਰ ਦੇ ਦਿਓ, ਨਹੀਂ, ਬਿਮਾਰ ਦਾ ਇਲਾਜ ਕਰੋ। ਜਿਸ ਕੋਲ ਸਫਾ ਹੋਵੇ, ਰਾਜੀ ਕਰ ਸਕਦਾ ਹੋਵੇ, ਉਹ ਕਿਉਂ ਜ਼ਹਿਰ ਦੇਵੇ। ਇਸ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਮਾਰਿਆ ਨਹੀਂ, ਤਾਰਿਆ ਹੈ। ਫਿਰ ਬਚਨ ਕੀਤਾ, ਇਹ ਕੰਮ ਹੈ ਵੱਡਾ, ਇਸ ਲਈ 10 ਜਾਮੇ ਧਾਰਾਂਗਾ, ਤਾਂ ਕਿਤੇ ਇਹਨਾਂ ਅਕਿਰਤ ਕਣਾ ਤੇ ਨਾ ਸ਼ੁਕਰਿਆਂ ਨੂੰ ਸੋਝੀ ਪਵੇਗੀ। ਅੱਗੋਂ ਫਿਰ ਬਚਨ ਕੀਤਾ ਕਿ ਇਸ ਕੰਮ ਲਈ 74 ਜਾਮੇ ਸੰਤ ਰੂਪ ਵਿੱਚ ਵੀ ਆਵਾਂਗੇ, ਤੇ ਉਹ 74 ਜਾਮਿਆਂ ਵਿੱਚੋਂ ਇੱਕ ਜਾਮਾ ਬਾਬਾ ਮਹਾ ਹਰਨਾਮ ਸਿੰਘ ਜੀ ਭੁੱਚੋ ਵਾਲਿਆਂ ਦਾ, ਜੋ ਦਿਨ ਰਾਤ ਬੇਆਰਾਮੀ ਕੱਟ ਕੇ ਸਿਰਫ ਨਾਮ ਹੀ ਨਹੀਂ ਜਪਦੇ, ਬਲਕਿ ਭੁੱਲੇ ਭਟਕੇ ਰਾਈਆਂ ਨੂੰ ਸਿੱਧੇ ਰਸਤੇ ਵੀ ਪਾਉਂਦੇ ਸਨ। ਇੱਕੋ ਹੀ ਗੱਲ ਇਹ ਮੁਸਲਮਾਨ ਫਕੀਰਾਂ ਦੇ ਅੰਦਰ ਵੜ ਚੁੱਕੀ ਸੀ। ਉਹ ਹਰ ਕਿਸੇ ਨੂੰ ਆਖਦੇ ਸਨ, ਜਿਹੜਾ ਮੁਸਲਮਾਨ ਬਣ ਜਾਏਗਾ ਉਹਨੂੰ ਜੰਨਤ ਭਾਵ ਦਰਗਾਹ ਮਿਲੇਗੀ। ਇਸੇ ਤਰ੍ਹਾਂ 2 ਮੁਸਲਮਾਨ ਫਕੀਰ ਸਨ ਜੋ ਪਿੰਡ ਹਠੂਰ ਵਿੱਚ ਰਹਿੰਦੇ ਸਨ, ਪਰ ਦੋਨਾਂ ਦੇ ਵਿਚਾਰ ਵੱਖੋ ਵੱਖਰੇ। ਇੱਕ ਕੱਟੜਵਾਦੀ ਸੀ ਤੇ ਇੱਕ ਸਭ ਦਾ ਸਤਿਕਾਰ ਕਰਦਾ ਸੀ। ਜਦੋਂ ਬਾਬਾ ਜੀ ਇੱਥੇ ਪਹੁੰਚੇ ਤਾਂ ਉਸ ਸਮੇਂ ਕੱਟੜਵਾਦੀ ਦਾ ਕਿਤੇ ਬਾਹਰ ਗਿਆ ਹੋਇਆ ਸੀ। ਜਿਸ ਫੱਕਰ ਨੂੰ ਉਹ ਮਿਲੇ ਉਸਨੇ ਬਾਬਾ ਜੀ ਦਾ ਬਹੁਤ ਸਤਿਕਾਰ ਕੀਤਾ, ਪਰ ਕੁਝ ਸਮੇਂ ਬਾਅਦ ਹੀ ਉਹ ਕੱਟੜਵਾਦੀ ਵੀ ਵਾਪਸ ਆ ਗਿਆ। ਆਪਣੇ ਗੁਰ ਭਾਈ ਨੂੰ ਬਾਬਾ ਜੀ ਦਾ ਸਤਿਕਾਰ ਕਰਦਿਆਂ ਵੇਖਿਆ ਤੇ ਸੜ ਭੁੱਜ ਕੇ ਕੋਇਲੇ ਹੋ ਗਿਆ ਤੇ ਗੁੱਸੇ ਵਿੱਚ ਆ ਕੇ ਕਹਿਣ ਲੱਗਾ, ਸਾਡਾ ਮੁਸਲਮਾਨਾਂ ਦਾ ਇਹਨਾਂ ਕਾਫਰਾਂ ਨਾਲ ਕੀ ਕੰਮ, ਇਸ ਨੂੰ ਇੱਥੋਂ ਤੋਰ ਦਿਓ। ਤਾਂ ਉਹ ਕਹਿਣ ਲੱਗਾ, ਨਾ ਭਾਈ, ਇਉਂ ਨਹੀਂ ਆਖੀਦਾ, ਇਹ ਆਪੇ ਆਏ ਹਨ, ਆਪੇ ਚਲੇ ਜਾਣਗੇ। ਜੇ ਕੋਈ ਦੁਨੀਆਦਾਰ ਬੰਦਾ ਹੋਵੇ ਤਾਂ ਤੋਰ ਵੀ ਦਈਏ। ਕੱਟੜਵਾਦੀ ਕਹਿਣ ਲੱਗਾ, ਤੂੰ ਨਹੀਂ ਤੋਰਦਾ ਤੇ ਮੈਂ ਤੋਰ ਦਿੰਦਾ ਹਾਂ। ਪੁੱਛਿਆ, ਤੂੰ ਕਿਵੇਂ ਤੋਰੇਂਗਾ? ਆਖਿਆ, ਜਿਵੇਂ ਸਾਧ ਨੂੰ ਸਾਧ ਤੋਰਦਾ ਹੈ, ਭਾਵ ਸ਼ਕਤੀ ਨਾਲ ਤੋਰਾਂਗਾ। ਤਾਂ ਪਹਿਲੇ ਨੇ ਆਖਿਆ, ਜੇ ਤੇਰੇ ਨਾਲੋਂ ਤਕੜਾ ਹੋਇਆ ਤੇ ਫਿਰ ਕੀ ਕਰੇਂਗਾ? ਮੈਨੂੰ ਪਤਾ ਹੈ ਇਹ ਬਹੁਤ ਸ਼ਕਤੀ ਵਾਲਾ ਪੁਰਖ ਹੈ। ਕੱਟੜਵਾਦੀ ਕਹਿਣ ਲੱਗਾ, ਚਲੋ ਦੇਖ ਲਾਂਗੇ। ਅਗਲੇ ਦਿਨ ਸਵੇਰੇ ਬਾਬਾ ਜੀ ਬੈਠੇ ਸਨ। ਕੱਟੜਵਾਦੀ ਵੀ ਕੋਲ ਆ ਗਿਆ ਤੇ ਟੀਚਰ ਨਾਲ ਬਾਬਾ ਜੀ ਨੂੰ ਮੁਖਾਤਿਬ ਕਰਕੇ ਕਹਿਣ ਲੱਗਾ, ਰਾਂਝਿਆ, ਹੀਰ ਮਿਲੀ ਕਿ ਨਹੀਂ? ਕਿਤੇ ਮੱਝਾਂ ਚਾਰੀਆਂ ਐਵੇਂ ਤਾਂ ਨਹੀਂ ਗਈਆਂ? ਜੇ ਕੁਝ ਨਹੀਂ ਬਣਿਆ ਤਾਂ ਕਿਸੇ ਹੋਰ ਨਾਥ ਨੂੰ ਗੁਰੂ ਧਾਰ ਲੈ। ਇਸ ਦਾ ਮਤਲਬ ਇਹ ਸੀ ਕਿ ਇਤਨੀ ਘਾਲਣਾ ਘਾਲ ਕੇ ਕੁਝ ਸ਼ਕਤੀ ਵੀ ਮਿਲੀ ਹੈ ਜਾਂ ਨਹੀਂ। ਜੇ ਨਹੀਂ ਮਿਲੀ ਤਾਂ ਕਿਸੇ ਹੋਰ ਦਾ ਚੇਲਾ ਬਣ ਜਾ। ਇਹ ਬਚਨ ਬਾਬਾ ਜੀ ਨੇ ਆਪ ਹੀ ਇੱਕ ਦਿਨ ਸੇਵਕਾਂ ਨੂੰ ਦੱਸਿਆ ਸੀ। ਬਾਬਾ ਜੀ ਨੇ ਦੱਸਿਆ ਕਿ ਅਸੀਂ ਉਸ ਨੂੰ ਕਹਿਣਾ ਤਾਂ ਕੁਝ ਨਹੀਂ ਸੀ, ਪਰ ਜਦੋਂ ਉਸਨੇ ਗੁਰੂ ਨਾਨਕ ਵੱਲ ਉਂਗਲ ਕਰਕੇ ਗੁਰੂ ਧਾਰਨ ਵਾਲੀ ਠੋਕਰ ਮਾਰੀ ਤਾਂ ਸੋਚਿਆ ਕਿ ਹੁਣ ਤਾਂ ਗੁਰੂ ਨਾਨਕ ਵੱਲ ਹੀ ਉਂਗਲ ਹੈ, ਹੁਣ ਤਾਂ ਜਵਾਬ ਦੇਣਾ ਹੀ ਪਏਗਾ। ਬਾਬਾ ਜੀ ਨੇ ਆਖਿਆ, ਇੱਥੇ ਤਾਂ ਕਈ ਹੀਰਾਂ ਅੱਗੇ ਪਿੱਛੇ ਤੁਰੀਆਂ ਫਿਰਦੀਆਂ ਹਨ, ਕਦੇ ਕਿਸੇ ਵੱਲ ਵੇਖਿਆ ਵੀ ਨਹੀਂ, ਤੈਨੂੰ ਪੁੱਛਣ ਦੀ ਕੀ ਲੋੜ ਪੈ ਗਈ? ਕੱਟੜਵਾਦੀ ਕਹਿਣ ਲੱਗਾ, ਤੂੰ ਆਪਣਾ ਮੂੰਹ ਨੰਗਾ ਕਰਕੇ ਮੇਰੇ ਨਾਲ ਗੱਲ ਕਰ। ਬਾਬਾ ਜੀ ਨੇ ਆਖਿਆ, ਫਕੀਰ ਸਾਈਂ, ਆਪਣੀ ਕੋਈ ਲੜਾਈ ਤਾਂ ਨਹੀਂ, ਆਪਸ ਵਿੱਚ ਲੜਦੇ ਚੰਗੇ ਲੱਗਦੇ ਆ। ਪਰ ਜਦੋਂ ਉਹ ਨਾ ਹਟਿਆ ਤਾਂ ਫਿਰ ਬਾਬਾ ਜੀ ਕਹਿਣ ਲੱਗੇ, ਲੈ ਫਿਰ ਹੋ ਸਾਹਮਣੇ। ਇਹ ਕਹਿ ਕੇ ਜਦੋਂ ਮੂੰਹ ਤੋਂ ਕੱਪੜਾ ਲਾਇਆ ਤਾਂ ਉਹ ਫਕੀਰ ਮੁੱਧੇ ਮੂੰਹ ਧਰਤੀ 'ਤੇ ਡਿੱਗ ਪਿਆ ਤੇ ਉੱਪਰੋਂ ਉਸਦਾ ਗੁਰਭਾਈ ਵੀ ਆ ਗਿਆ ਤੇ ਕਹਿਣ ਲੱਗਾ, ਜੀ ਇਹ ਬਹੁਤ ਹੰਕਾਰੀ ਹੋ ਗਿਆ ਸੀ, ਆਪਣੇ ਆਪ ਨੂੰ ਰੱਬ ਹੀ ਸਮਝਣ ਲੱਗ ਪਿਆ ਸੀ, ਕਿਸੇ ਦੂਜੇ ਦੀ ਪਰਵਾਹ ਨਹੀਂ ਸੀ ਕਰਦਾ। ਬਾਬਾ ਜੀ ਨੇ ਆਖਿਆ, ਛੇਤੀ ਨਾਲ ਇਹਦੇ ਮੂੰਹ ਵਿੱਚ ਪਾਣੀ ਪਾਓ। ਜਦੋਂ ਹੋਸ਼ ਆਈ ਤਾਂ ਉੱਠ ਕੇ ਚਰਨਾਂ 'ਤੇ ਡਿੱਗ ਪਿਆ, ਆਖਣ ਲੱਗਾ, ਮੈਥੋਂ ਬਹੁਤ ਵੱਡੀ ਭੁੱਲ ਹੋ ਗਈ ਹੈ। ਬਾਬਾ ਜੀ ਨੇ ਸਮਝਾਇਆ ਕਿ ਕੋਈ ਫਕਰ ਕਿਸੇ ਰੰਗ ਵਿੱਚ ਰਹਿੰਦਾ ਹੋਵੇ ਉਹਨੂੰ ਬੁਰਾ ਨਹੀਂ ਕਹੀਦਾ। ਤੂੰ ਸਾਨੂੰ ਗੁਰੂ ਵੱਲ ਇਸ਼ਾਰਾ ਕਰਕੇ ਠੋਕਰ ਮਾਰੀ ਤੇ ਇੱਥੋਂ ਤੱਕ ਕੰਮ ਪਹੁੰਚ ਗਿਆ, ਨਹੀਂ ਤਾਂ ਸਾਨੂੰ ਕੀ ਲੋੜ ਸੀ ਇਹ ਕੰਮ ਕਰਨ ਦੀ। ਉਸ ਆਖਿਆ, ਜੀ ਮੈਂ ਤਾਂ ਗੁਰੂ ਨਾਨਕ ਦਾ ਨਾਮ ਹੀ ਨਹੀਂ ਲਿਆ। ਬਾਬਾ ਜੀ ਨੇ ਆਖਿਆ, ਜਦੋਂ ਤੂੰ ਹੋਰ ਗੁਰੂ ਧਾਰਨ ਵਾਲੀ ਗੱਲ ਕੀਤੀ ਤੇ ਇਹਦਾ ਮਤਲਬ ਤਾਂ ਸਾਫ਼ ਸੀ। ਇਸ ਲਈ ਜੇ ਤਾਕਤ ਆ ਜਾਵੇ ਤਾਂ ਉਹਨੂੰ ਜਰ ਲੈਣਾ ਚਾਹੀਦਾ ਹੈ।
ਉਸਨੇ ਬੇਨਤੀ ਕੀਤੀ, ਜੀ ਮੈਨੂੰ ਵੀ ਗੁਰੂ ਨਾਨਕ ਪਾਤਸ਼ਾਹ ਦਾ ਕੋਈ ਉਪਦੇਸ਼ ਦੱਸੋ। ਤਾਂ ਬਾਬਾ ਜੀ ਨੇ ਮੂਲ ਮੰਤਰ ਸੁਣਾ ਕੇ ਆਖਿਆ, ਇਹਨੂੰ ਜਪਿਆ ਕਰ, ਸ਼ਕਤੀਆਂ ਵੀ ਆ ਜਾਣਗੀਆਂ ਤੇ ਮਨ ਨੂੰ ਸ਼ਾਂਤੀ ਵੀ ਮਿਲੇਗੀ। ਠੂਰ ਤੋਂ ਚੱਲ ਕੇ ਜਗਰਾਓਂ ਵੱਲ ਆਏ, ਪਰ ਸ਼ਹਿਰ ਵਿੱਚ ਨਹੀਂ ਆਏ। ਨੇੜੇ ਤੇੜੇ ਹੁੰਦੇ ਹੋਏ ਸਤਲੁਜ ਦਰਿਆ ਦੇ ਕਿਨਾਰੇ ਪਹੁੰਚ ਗਏ। ਇੱਥੇ ਕੋਈ ਮੱਝਾਂ ਚਾਰਦਾ ਸੀ ਜੋ ਜਾਤੀ ਦਾ ਮੁਸਲਮਾਨ ਸੀ। ਉਸਨੇ ਬਾਬਾ ਜੀ ਨੂੰ ਦੇਖਿਆ, ਸਿਰ ਝੁਕ ਗਿਆ, ਕਿਉਂਕਿ ਜਿਨ੍ਹਾਂ ਦੇ ਕਰਮ ਚੰਗੇ ਹੁੰਦੇ ਹਨ ਉਹ ਕਿਸੇ ਮਹਾਂਪੁਰਖ ਨੂੰ ਦੇਖਦੇ ਹਨ ਤੇ ਉਹਨਾਂ ਦੇ ਅੰਦਰ ਸਤਿਕਾਰ ਹੁੰਦਾ ਹੈ। ਮਨ ਵਿੱਚ ਸੋਚਿਆ, ਇਹ ਤਾਂ ਸਿੱਖ ਮਾਲੂਮ ਹੁੰਦੇ ਹਨ, ਮੈਂ ਇਹਨਾਂ ਦੀ ਕੋਈ ਸੇਵਾ ਤਾਂ ਨਹੀਂ ਕਰ ਸਕਦਾ, ਪਰ ਬੇਨਤੀ ਕਰ ਲੈਂਦੇ ਹਾਂ ਜੇ ਉਹ ਦੁੱਧ ਸਵੀਕਾਰ ਕਰ ਲੈਣ। ਨਮਸਕਾਰ ਕੀਤੀ ਤੇ ਬੈਠ ਗਿਆ ਤੇ ਨਾਲ ਹੀ ਬੇਨਤੀ ਕੀਤੀ, ਮਹਾਂਪੁਰਸ਼ੋ ਦੁੱਧ ਛਕੋਗੇ? ਮੇਰਾ ਜੀ ਕਰਦਾ ਹੈ ਤੁਹਾਨੂੰ ਦੁੱਧ ਛਕਾਵਾਂ। ਬਾਬਾ ਜੀ ਇਸ ਦੀ ਪਿਆਰ ਭਰੀ ਬੇਨਤੀ ਸੁਣ ਕੇ ਕਹਿਣ ਲੱਗੇ, ਇਹਨਾਂ ਮੱਝਾਂ ਵਿੱਚੋਂ ਜੇ ਕੋਈ ਤੇਰੀ ਆਪਣੀ ਮੱਝ ਹੈ ਤਾਂ ਪੀ ਲੈਂਦੇ ਆ। ਇਹ ਸੁਣ ਕੇ ਉਹ ਉਦਾਸ ਹੋ ਗਿਆ ਤੇ ਕਹਿਣ ਲੱਗਾ, ਜੀ ਜੋ ਮੇਰੀ ਆਪਣੀ ਮੱਝ ਹੈ ਉਸਨੇ ਹੁਣ ਮਿਲਣਾ ਨਹੀਂ, ਬੜੀ ਕੌੜ ਹੈ, ਅੱਜ ਸਵੇਰੇ ਚੋਈ ਸੀ, ਹੁਣ ਉਹ ਕੱਲ੍ਹ ਨੂੰ ਦੁੱਧ ਦੇਵੇਗੀ। ਬਾਬਾ ਜੀ ਕਹਿਣ ਲੱਗੇ, ਕਿਹੜੀ ਹੈ ਤੇਰੀ ਮੱਝ, ਲਿਆ ਵੇਖੀਏ। ਉਸਨੇ ਦੱਸਿਆ, ਜੀ ਉਹ ਭੂਰੇ ਰੰਗ ਦੀ ਹੈ ਜੋ ਸਭ ਤੋਂ ਅੱਗੇ ਅੱਗੇ ਪਈ ਜਾਂਦੀ ਹੈ। ਬਾਬਾ ਜੀ ਉੱਠ ਕੇ ਉਹਦੇ ਕੋਲ ਗਏ, ਥਾਪੀ ਮਾਰ ਕੇ ਹੇਠਾਂ ਬੈਠ ਗਏ। ਮੱਝ ਖਲੋ ਗਈ, ਆਪਣੀ ਬਾਲਟੀ ਵਿੱਚ ਹੀ ਦੁੱਧ ਚੋਂਦੇ ਰਹੇ ਤੇ ਨਾਲ ਨਾਲ ਪੀਂਦੇ ਰਹੇ। ਮੱਝ ਵਾਲਾ ਹੈਰਾਨ ਸੀ ਤੇ ਕਹਿਣ ਲੱਗਾ, ਫਕੀਰ ਸਾਈਂ, ਮੇਰੇ ਕੋਲੇ ਮੱਝ ਆਈ ਨੂੰ 10 ਸਾਲ ਹੋ ਗਏ ਹਨ, ਮੈਥੋਂ ਬਿਨਾਂ ਕਿਸੇ ਨੂੰ ਨੇੜੇ ਨਹੀਂ ਸੀ ਆਉਣ ਦਿੰਦੀ, ਦੁੱਧ ਤਾਂ ਇਹਨੇ ਕੀ ਦੇਣਾ। ਬਾਬਾ ਜੀ ਮੁਸਕਰਾਏ ਤੇ ਕਹਿਣ ਲੱਗੇ, ਰੌਲਾ ਨਾ ਪਾਈ ਤੇ ਸਵੇਰੇ ਆਈ, ਫਿਰ ਤੇਰੇ ਨਾਲ ਗੱਲ ਕਰਾਂਗੇ। ਉਹ ਸਵੇਰੇ ਸਵੇਰੇ ਮੱਝ ਚੋਣ ਤੋਂ ਬਿਨਾਂ ਹੀ ਲੈ ਗਿਆ। ਬਾਬਾ ਜੀ ਨੇ ਆਖਿਆ, ਮੱਝ ਨੂੰ ਵੀ ਨਾਲ ਲੈ ਆਇਆ? ਤਾਂ ਉਹ ਕਹਿਣ ਲੱਗਾ, ਜੀ ਹੁਣ ਇਹ ਮੱਝ ਤੁਹਾਡੀ ਹੈ ਤੇ ਤੁਸੀਂ ਹੀ ਚੋਇਆ ਕਰੋ। ਪਰ ਬਾਬਾ ਜੀ ਨੇ ਆਖਿਆ, ਨਹੀਂ, ਇੱਕ ਡੰਗ ਤੂੰ ਚੋਇਆ ਕਰ, ਇੱਕ ਡੰਗ ਅਸੀਂ ਚੋਇਆ ਕਰਾਂਗੇ। ਤੇ ਨਾਲ ਹੀ ਬਚਨ ਕੀਤਾ, ਆਹ ਇੱਕ ਨਿਵੇਕਲੀ ਥਾਂ ਹੈ, ਅਸੀਂ ਇੱਥੇ 40 ਦਿਨ ਗੁਜ਼ਾਰਾਂਗੇ, ਤੂੰ ਕਿਸੇ ਨਾਲ ਗੱਲ ਨਹੀਂ ਕਰਨੀ। ਸੂਰਜ ਢਲੇ ਮੱਝਾਂ ਚਾਰਨ ਦੇ ਬਹਾਨੇ ਆ ਜਾਇਆ ਕਰੀ, ਅਸੀਂ ਆਪੇ ਮੱਝ ਚੋ ਲਿਆ ਕਰਾਂਗੇ, ਤੂੰ ਸਾਨੂੰ ਬੁਲਾਉਣਾ ਨਹੀਂ। ਜੇ ਕੋਈ ਲੋੜ ਹੋਈ ਅਸੀਂ ਆਪ ਹੀ ਤੈਨੂੰ ਬੁਲਾ ਲਿਆ ਕਰਾਂਗੇ। ਸੋ ਇਸੇ ਤਰ੍ਹਾਂ ਨੇਮ ਅਨੁਸਾਰ ਉਹ ਆਇਆ ਕਰੇ ਤੇ ਬਾਬਾ ਜੀ ਥੋੜ੍ਹਾ ਦੁੱਧ ਲੋੜ ਅਨੁਸਾਰ ਚੋ ਲਿਆ ਕਰਦੇ, ਜਿਸ ਨਾਲ ਆਪਣਾ ਨਿਰਵਾਹ ਕਰਦੇ ਸਨ। ਇੱਕ ਦਿਨ ਉਹਦੇ ਮਨ ਵਿੱਚ ਖਿਆਲ ਆਇਆ, ਦੇਖਾਂ ਤਾਂ ਸਹੀ ਇਹ ਕੀ ਕਰਦੇ ਹਨ। ਜਦ ਉੱਧਰ ਆਇਆ ਤਾਂ ਸੁਨਹਿਰੀ ਰੰਗ ਦਾ ਸੱਪ ਨਜ਼ਰ ਆਇਆ ਤੇ ਡਰ ਕੇ ਪਿੱਛੇ ਹਟ ਗਿਆ। ਬਾਬਾ ਜੀ ਨਜ਼ਦੀਕ ਆ ਕੇ ਕਹਿਣ ਲੱਗੇ, ਹੁਣ ਡਰਦਾ ਕਿਉਂ ਹੈ? ਤਾਂ ਕਹਿਣ ਲੱਗ ਪਿਆ, ਗਰੀਬ ਨਿਵਾਜ, ਗਲਤੀ ਹੋ ਗਈ ਹੈ। ਇਸ ਤਰ੍ਹਾਂ ਇੱਕ ਦਿਨ ਆਪਣੇ ਵਕਤ ਅਨੁਸਾਰ ਮੱਝ ਨੂੰ ਨਾਲ ਲੈ ਕੇ ਆਇਆ ਤੇ ਬਾਬਾ ਜੀ ਕੋਲ ਚਿੱਟੇ ਰੰਗ ਦਾ ਸ਼ੇਰ ਦੇਖਿਆ ਤੇ ਡਰ ਗਿਆ। ਬਾਬਾ ਜੀ ਬੋਲੇ, ਡਰ ਨਹੀਂ, ਇਹ ਤਾਂ ਸਾਡਾ ਪਹਿਰੇਦਾਰ ਹੈ। ਇਸ ਤਰ੍ਹਾਂ ਦੇ ਕਈ ਕੌਤਕ ਉਸ ਨੂੰ ਦਿਖਾਏ। ਇਸ ਤਰ੍ਹਾਂ 40 ਦਿਨ ਇੱਥੇ ਬਿਤਾਏ ਤੇ ਜਿਸ ਦਿਨ ਇੱਥੋਂ ਤੁਰਨਾ ਸੀ ਉਸ ਨੂੰ ਪੁੱਛਿਆ, ਕੁਝ ਮੰਗ ਲਏ, ਸਾਡੀ ਹੁਣ ਤਿਆਰੀ ਹੈ। ਉਹਦੇ ਘਰ ਕੋਈ ਬੱਚਾ ਨਹੀਂ ਸੀ, ਪਰ ਉਮਰ ਵੱਡੀ ਹੋਣ ਕਰਕੇ ਸ਼ਰਮ ਕਰੇ। ਬਾਬਾ ਜੀ ਬੋਲੇ, ਸ਼ਰਮ ਨਾ ਕਰ, ਹੁਣ ਮੌਕਾ ਹੈ। ਉਹ ਬੋਲਿਆ, ਜੀ ਪੁੱਤ ਕੋਈ ਨਹੀਂ ਹੈ। ਬਾਬਾ ਜੀ ਕਹਿਣ ਲੱਗੇ, ਤੇਰੇ ਘਰ 2 ਪੁੱਤ ਹੋਣਗੇ ਵੀ ਜੋੜੇ। ਇੱਕ ਦਾ ਨਾਮ ਰੱਖੀ ਅੱਲਾ ਦਿੱਤਾ ਤੇ ਦੂਜੇ ਦਾ ਨਾਮ ਅੱਲਾ ਰੱਖਾ, ਦੋਨੋਂ ਹੀ ਬੜੇ ਨੇਕ ਹੋਣਗੇ ਵੀ ਸਾਲ ਦੇ ਅੰਦਰ ਅੰਦਰ ਹੀ। ਉਹਦੀ ਇਹ ਇੱਛਾ ਪੂਰੀ ਕਰਕੇ ਉਸ ਦੇ ਨਾਲ ਹੁਕਮ ਕੀਤਾ ਕਿ ਆਪਣੇ ਧਰਮ ਅਨੁਸਾਰ, ਆਪਣੇ ਨਿਯਮ ਅਨੁਸਾਰ ਅੱਲਾ ਦਾ ਨਾਮ ਜਪਿਆ ਕਰ। ਉਸਨੇ 7 ਵਚਨ ਕੀਤਾ ਤੇ ਬਾਬਾ ਜੀ ਉੱਥੋਂ ਵਿਦਾ ਹੋ ਗਏ। ਨਾਨਕਸਰ ਕਲੇਰਾਂ ਵਾਲੀ ਜਗ੍ਹਾ 'ਤੇ ਚਰਨ ਪਾਉਣੇ। ਸਤਲੁਜ ਦੇ ਕਿਨਾਰੇ ਤੋਂ ਚੱਲ ਕੇ ਕਲੇਰਾਂ ਦੇ ਨਜ਼ਦੀਕ ਪਹੁੰਚੇ, ਜਿੱਥੇ ਅੱਜ ਕੱਲ੍ਹ ਨਾਨਕਸਰ ਹੈ। ਕੁਝ ਦਿਨ ਇਸ ਸਥਾਨ 'ਤੇ ਨਿਵਾਸ ਕੀਤਾ ਤੇ ਇਸ ਬਾਰੇ ਉਦੋਂ ਪਤਾ ਲੱਗਿਆ ਜਦੋਂ ਬਾਬਾ ਮਹਾਹਰਨਾਮ ਸਿੰਘ ਜੀ ਨੇ ਬਚਨ ਕੀਤਾ ਸੀ ਕਿ ਇਹ ਜਗ੍ਹਾ ਸਾਡੀ ਹੈ, ਅਸੀਂ ਕੁਝ ਸਮਾਂ ਇੱਥੇ ਰਹਿ ਚੁੱਕੇ ਹਾਂ। ਗੁਰਮੁਖੋ, ਐਵੇਂ ਤਾਂ ਨਹੀਂ ਏਡੇ ਰੰਗ ਭਾਗ ਲੱਗਦੇ। ਜਿਵੇਂ ਕੀੜੀਆਂ ਹਮੇਸ਼ਾ ਥੰਧਿਆਈ 'ਤੇ ਆਉਂਦੀਆਂ ਹਨ, ਇਸੇ ਤਰ੍ਹਾਂ ਜਿਸ ਜਗ੍ਹਾ ਦੇ ਪੁਰਬਲੇ ਪੁੰਨ ਹੁੰਦੇ ਹਨ ਉਹ ਅਸਥਾਨ ਹੀ ਪੂਜਣਯੋਗ ਬਣਦਾ ਹੈ। ਜਿਵੇਂ ਸ਼ਿਵ ਜੀ ਤੇ ਪਾਰਵਤੀ ਜੀ ਜਾ ਰਹੇ ਸਨ, ਅਚਾਨਕ ਇੱਕ ਥਾਂ 'ਤੇ ਖੜੇ ਹੋ ਕੇ ਸ਼ਿਵ ਜੀ ਨੇ ਨਮਸਕਾਰ ਕੀਤੀ। ਪਾਰਵਤੀ ਕਹਿਣ ਲੱਗੀ, ਜੀ ਇੱਥੇ ਨਾ ਕੋਈ ਮੰਦਰ, ਨਾ ਕੋਈ ਸਾਧੂ ਮਹਾਤਮਾ ਨਜ਼ਰ ਆ ਰਿਹਾ ਹੈ, ਤੁਸੀਂ ਕਿਸ ਨੂੰ ਮੱਥਾ ਟੇਕ ਰਹੇ ਹੋ? ਸ਼ਿਵ ਜੀ ਨੇ ਦੱਸਿਆ, ਅੱਜ ਤੋਂ 100 ਸਾਲ ਪਹਿਲਾਂ ਇਸ ਧਰਤੀ 'ਤੇ ਕਿਸੇ ਮਹਾਂਪੁਰਖ ਨੇ ਤਪੱਸਿਆ ਕੀਤੀ ਸੀ, ਇਸ ਕਰਕੇ ਇਹ ਧਰਤੀ ਪੂਜਣਯੋਗ ਹੈ। ਇਸੇ ਤਰ੍ਹਾਂ ਫਿਰ ਇੱਕ ਥਾਂ 'ਤੇ ਸ਼ਿਵ ਜੀ ਨੇ ਮੱਥਾ ਟੇਕਿਆ ਤਾਂ ਪਾਰਵਤੀ ਨੇ ਪੁੱਛਿਆ, ਇੱਥੇ ਵੀ ਕਿਸੇ ਸਾਧੂ ਨੇ ਤਪੱਸਿਆ ਕੀਤੀ ਹੈ?
ਕਹਿਣ ਲੱਗੇ, ਇੱਥੇ 100 ਸਾਲ ਬਾਅਦ ਤਪੱਸਿਆ ਕਰਨੀ ਹੈ। ਇਹ ਧਰਤੀ ਉਸ ਉਡੀਕ ਵਿੱਚ ਬੈਠੀ ਹੈ। ਜਿਵੇਂ ਬਾਣੀ ਦਾ ਫੁਰਮਾਨ ਹੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੇ ਬਲ ਬਲ ਜਾਸਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 266। ਆਖਿਆ, ਇੱਕ ਨੂੰ ਤੇ ਰੱਬ ਮਿਲ ਗਿਆ, ਉਹ ਤਾਂ ਪੂਜਣਯੋਗ ਹੈ ਹੀ ਸਹੀ, ਪਰ ਇੱਕ ਨੂੰ ਨਹੀਂ ਮਿਲਿਆ, ਉਡੀਕ ਵਿੱਚ ਬੈਠਾ ਹੈ। ਮੈਂ ਉਹਦੇ ਤੋਂ ਵੀ ਬਲਿਹਾਰ ਜਾਂਦਾ ਹਾਂ। ਇਸ ਲਈ ਉਹ ਧਰਤੀ ਵੀ ਪੂਜਣਯੋਗ ਹੈ ਜਿੱਥੇ ਨਾਮ ਜਪਣ ਵਾਲੀਆਂ ਰੂਹਾਂ ਦੇ ਚਰਨ ਪਏ ਹੋਣ। ਇੱਥੋਂ ਚੱਲ ਕੇ ਕਿੱਲੇ ਚਾਹੜਾ ਪਹੁੰਚੇ। ਉੱਥੇ ਜੋਗੀ ਪੀਰ ਦਾ ਡੇਰਾ ਸੀ। ਕੁਝ ਸਮਾਂ ਉੱਥੇ ਟੁਕੇ। ਇੱਥੋਂ ਤੁਰਦੇ ਤੁਰਦੇ ਕਿਸੇ ਰੱਬੀ ਪ੍ਰੇਰਨਾ ਅਨੁਸਾਰ ਸੁਲਤਾਨਪੁਰ ਵੱਲ ਨੂੰ ਚਲੇ ਗਏ ਅਤੇ ਕਿਸੇ ਗੁਪਤ ਸਥਾਨ 'ਤੇ ਨਿਵਾਸ ਕੀਤਾ। ਕਿਸੇ ਪਿੰਡ ਵਿੱਚ ਮੀਆਂਵਿੰਡ ਵਿਚਰੇ। ਮੀਆਂਵਿੰਡ ਵਿੱਚ ਬਾਬਾ ਜੀ ਦੇ ਪਿਤਾ ਦੇ ਨਾਨਕੇ ਸਨ, ਜੋ ਗੁਰੂ ਨਾਨਕ ਸਾਹਿਬ ਦੇ ਪਿੰਡ ਨਾਗੋਂ ਕੇ ਖਡੂਰ ਦੇ ਨੇੜੇ ਹੈ। ਮੀਆਂਵਿੰਡ ਦਾ ਇੱਕ ਸਿੰਘ ਗੁਰਦਿੱਤ ਸਿੰਘ ਸੀ, ਜਿਸ ਦਾ ਦਿਓਲ ਗੋਤ ਉਹਦੀ ਭੈਣ ਸੰਤੀ, ਘਰਵਾਲੀ ਖੇਮੋ ਅਤੇ ਲਹਿਣਾ ਸਿੰਘ ਮਾਮਾ ਸੀ। 1 ਮਹੀਨਾ ਉੱਥੇ ਠਹਿਰੇ, ਅੰਨ ਪਾਣੀ ਛਕਦੇ ਰਹੇ। ਕਣਕ ਦਾ ਫੁਲਕਾ, ਮਾਂ ਦੀ ਦਾਲ। ਲਹਿਣਾ ਸਿੰਘ ਦਾ ਪੁੱਤ ਪੌਂਗ ਸਿੰਘ ਅਤੇ ਸਰਮੁਖ ਸਿੰਘ ਸੀ। ਬਾਬਾ ਜੀ ਦੇ ਪਿਤਾ ਬਾਬਾ ਬੂੜ ਸਿੰਘ ਦੇ ਮਾਮੇ ਦਾ ਪੁੱਤ ਮੀਆਂਵਿੰਡ ਦੇ ਵਾਸੀ ਸਨ। ਇੱਥੋਂ ਉੱਠ ਕੇ ਫਿਰ ਡੇਰਾ ਜੰਦਾ ਦੇ ਲਾਇਆ। ਪਹਿਲਾਂ ਗੁਰਦਿੱਤ ਸਿੰਘ ਨੇ, ਫਿਰ ਦੁੱਲਾ ਸਿੰਘ ਨੇ ਸੇਵਾ ਕੀਤੀ। ਇਹ ਲਿਖਤ ਬਾਬਾ ਜੀ ਨੇ 30 ਨਵੰਬਰ 1910 ਈਸਵੀ ਨੂੰ ਹਰਚੰਦ ਸਿੰਘ ਪੁੱਤਰ ਸੁੱਚਾ ਸਿੰਘ ਪੱਤੀ ਭਾਈ ਜੀ ਅਗਵਾੜ ਬੀਬੀ ਕਾਹ ਤੋਂ ਕਰਵਾਈ। ਉਸ ਤੋਂ ਬਾਅਦ 1915 ਵਿੱਚ ਇਹੀ ਲਿਖਤ ਭਾਈ ਰਤਨ ਸਿੰਘ ਜੀ ਡਰੌਲੀ ਅਤੇ ਉਸਦੀ ਸੁਪਤਨੀ ਨੂੰ ਕਰਵਾਈ। ਇੱਥੇ ਆਪ ਆਪਣੇ ਮੁੱਖ 'ਤੇ ਇੱਕ ਗੋਦੜੀ ਵਰਗਾ ਕੱਪੜਾ ਰੱਖਦੇ ਸਨ। ਛੋਟੇ ਬੱਚਿਆਂ ਨਾਲ ਖੇਡਦੇ ਸਨ। ਉਹਨਾਂ ਨੂੰ ਕਈ ਪ੍ਰਕਾਰ ਦੀਆਂ ਚੀਜ਼ਾਂ ਵੀ ਗੋਦੜੀ ਵਿੱਚੋਂ ਕੱਢ ਕੇ ਦੇਣੀਆਂ, ਕਦੇ ਪੈਸੇ ਵੀ ਦੇ ਦੇਣੇ। ਸਭ ਕੁਝ ਗੋਦੜੀ ਵਿੱਚੋਂ ਹੀ ਕੱਢ ਕੇ ਦਈ ਜਾਣਾ, ਪਰ ਮੁੱਖ ਨੰਗਾ ਨਹੀਂ ਸਨ ਕਰਦੇ। ਫਿਰ ਮਾਘ ਮਹੀਨੇ ਵਿੱਚ ਮੰਗ ਕੇ ਖਾਧਾ। ਇੱਥੇ ਬਚਨ ਕਰਦੇ ਸਨ, ਬਾਲਕ ਦਾਸ ਨੇ ਲਈ ਫਕੀਰੀ, ਪਹਿਲਾਂ ਡੇਰਾ ਪਿੱਖੀ। ਮੰਗ ਤੰਗ ਕੇ ਟੁਕੜੇ ਖਾਧੇ, ਬਾਲਕ ਡਹਿ ਗਏ ਇੱਟੀ। ਇਸ ਫਕੀਰੀ ਤੋਂ ਬਾਲਕ ਦਾਸਾ, ਮੁੜ ਕੇ ਰਲ ਜਾ ਸਿੱਖੀ। ਇੱਥੋਂ ਵਾਪਸ ਮੋਗੇ ਵੱਲ ਗਏ। ਰਸਤੇ ਵਿੱਚ ਸਿੰਘਾਂ ਵਾਲੇ ਮਿਹਰ ਸਿੰਘ ਜੀ ਹੋਏ ਹਨ, ਇਹਨਾਂ ਨੂੰ ਮਿਲੇ। ਇਹ ਸੰਤ ਆਪਣੇ ਹੱਥੀਂ ਆਟਾ ਪੀ ਕੇ ਲੰਗਰ ਚਲਾਉਂਦੇ ਸਨ। ਕੁਝ ਸਮਾਂ ਇੱਥੇ ਠਹਿਰੇ। ਇਹਨਾਂ ਸੰਤਾਂ ਦਾ ਨਿਯਮ ਸੀ ਕਿ ਅੱਧੀ ਰਾਤ ਨੂੰ ਭਾਈ ਕੀ ਡਰੌਲੀ ਮਾਤਾ ਦਰੋਮਦੀ ਸਾਹਿਬ ਦੇ ਦੇਹੁਰੇ ਦੀ ਸੇਵਾ ਕਰਨੀ। ਉੱਥੇ ਝਾੜੂ ਦੇ ਕੇ ਵਾਪਸ ਆ ਕੇ ਹੋਰ ਕੋਈ ਕੰਮ ਕਰਦੇ ਸਨ। ਕੁਝ ਸਮਾਂ ਬਾਬਾ ਜੀ ਇਹਨਾਂ ਕੋਲ ਰਹਿ ਕੇ ਅੱਗੇ ਚਲੇ ਗਏ। ਕਾਂਗੜ ਪਿੰਡ ਪਹੁੰਚੇ, ਰਾਤ ਠਹਿਰੇ। ਕਾਂਗੜ ਤੋਂ ਬਰਨਾਲੇ ਵੱਲ ਫਰਬਾਹੀ ਪਿੰਡ ਪਹੁੰਚੇ। ਇਸ ਪਿੰਡ ਵਿੱਚ ਇੱਕ ਸੰਤ ਥੰਮਣ ਸਿੰਘ ਹੋਏ ਹਨ। ਫਰਬਾਹੀ ਤੋਂ ਬਰਨਾਲੇ ਚਲੇ ਗਏ। ਬਰਨਾਲੇ ਤੋਂ ਬਾਹਰ ਹੀ ਟਿਕੇ ਰਹੇ। ਇੱਥੇ 2 ਦਿਨ ਬਾਅਦ ਵੇਖਿਆ ਕਿ ਇੱਕ ਗਰੀਬ ਘਰ ਦੀ ਮਾਈ ਜੰਗਲ ਵਿੱਚ ਲੱਕੜ ਬਾਲਣ ਚੁਗਦੀ ਫਿਰਦੀ ਤੇ ਰੋਈ ਜਾਂਦੀ। ਬਾਬਾ ਜੀ ਨੇ ਪੁੱਛਿਆ, ਮਾਈ ਕਿਉਂ ਰੋਨੀ ਹੈ? ਬੇਨਤੀ ਕੀਤੀ, ਜੀ ਆਪਣੇ ਕਰਮਾਂ ਨੂੰ ਰੋਂਦੀ ਹਾਂ, ਮੇਰੇ ਕਰਮਾਂ ਦਾ ਫਲ ਹੈ ਜੋ ਮਿਲ ਰਿਹਾ ਹੈ। ਆਪ ਜੀ ਨੇ ਪੁੱਛਿਆ, ਫਿਰ ਵੀ ਕੀ ਗੱਲ ਹੈ? ਤਾਂ ਉਸਨੇ ਦੱਸਿਆ, ਜੀ ਮੇਰਾ ਪਤੀ ਮਰ ਚੁੱਕਾ ਹੈ। ਇੱਕ 4-5 ਸਾਲ ਦਾ ਲੜਕਾ ਹੈ। ਉਸਨੂੰ 1 ਸਾਲ ਤੋਂ ਪਤਾ ਨਹੀਂ ਕੀ ਬਿਮਾਰੀ ਹੈ। ਕਿਸੇ ਦੇ ਕੁਝ ਸਮਝ ਨਹੀਂ ਆ ਰਿਹਾ। ਬੜੀਆਂ ਦਵਾਈਆਂ ਵੀ ਕਰਾਈਆਂ, ਬੜੇ ਸੰਤਾਂ ਨੂੰ ਮੱਥੇ ਵੀ ਟਿਕਵਾਏ। ਬਸ ਹੁਣ ਤਾਂ ਅੱਜ ਮਰਿਆ ਜਾਂ ਕੱਲ੍ਹ ਮਰਿਆ ਸਮਝੋ। ਬਾਬਾ ਜੀ ਮੁਸਕਰਾਏ ਤੇ ਕਹਿਣ ਲੱਗੇ, ਜੇ ਬੱਚਾ ਬਚ ਰਹੇ ਫਿਰ ਤਾਂ ਸ਼ੁਕਰ ਹੈ ਪਰਮਾਤਮਾ ਦਾ ਵੀ ਤੇ ਤੁਹਾਡਾ ਵੀ। ਬਾਬਾ ਜੀ ਕਹਿਣ ਲੱਗੇ, ਕੁਝ ਕਰੇਂਗੀ? ਆਖਿਆ, ਜੀ ਮੈਂ ਤਾਂ ਗਰੀਬਣੀ ਆ, ਮੇਰੇ ਪਾਸ ਪੈਸਾ ਤਾਂ ਕੋਈ ਹੈ ਨਹੀਂ ਜਿਸ ਨਾਲ ਮੈਂ ਕੋਈ ਦਾਨ ਪੁੰਨ ਕਰ ਸਕਾਂ। ਬਾਬਾ ਜੀ ਬੋਲੇ, ਤੇਰੇ ਪਾਸੋਂ ਪੁੰਨ ਸਿਰਫ ਇੱਕੋ ਹੀ ਕਰਾਉਣਾ ਆ। ਪੁੱਛਿਆ, ਜੀ ਕੀ ਇਹ ਬੱਚਾ ਕਿਸੇ ਨੂੰ ਦੇ ਦੇ? ਪੁੱਛਿਆ, ਜੀ ਕਿਸ ਨੂੰ? ਇਸ ਹਾਲਤ ਵਿੱਚ ਕੌਣ ਲਵੇਗਾ? ਆਪ ਬੋਲੇ, ਅਸੀਂ ਲਵਾਂਗੇ। ਮਾਈ ਨੇ ਪੁੱਛਿਆ, ਜੀ ਤੁਸੀਂ ਚੇਲਾ ਬਣਾਉਣਾ? ਬਾਬਾ ਜੀ ਨੇ ਆਖਿਆ, ਤੈਨੂੰ ਕੀ, ਬਣਾਈਏ ਭਾਵੇਂ ਨਾ। ਆਖਿਆ, ਜੀ ਦੇ ਦੇਵਾਂਗੀ, ਪਰ ਰਾਜੀ ਹੋਣ ਤੋਂ ਬਾਅਦ। ਬਾਬਾ ਜੀ ਨੇ ਆਖਿਆ, ਜਾ ਲੈ ਆ ਆਪਣੇ ਬੱਚੇ ਨੂੰ। ਮਾਈ ਉਸੇ ਵੇਲੇ ਜਾ ਕੇ ਬੱਚੇ ਨੂੰ ਲੈ ਆਈ। ਬਾਬਾ ਜੀ ਨੇ ਦੇਖਿਆ ਤਾਂ ਆਖਿਆ, ਬੜਾ ਕਮਜ਼ੋਰ ਹੈ, ਹੁਣ ਇੱਥੇ ਸਾਡੇ ਸਾਹਮਣੇ ਜ਼ਮੀਨ 'ਤੇ ਪਾ ਦੇ। ਉਸਨੇ ਪਾ ਦਿੱਤਾ। ਹਜ਼ੂਰ ਨੇ ਇੱਕ ਕੱਪੜਾ ਉਹਦੇ ਉੱਤੇ ਪਾ ਦਿੱਤਾ। ਫਿਰ ਮਾਈ ਨੂੰ ਬੋਲੇ, ਹੁਣ ਤੂੰ ਜਾ ਕੇ ਆਪਣਾ ਕੰਮ ਕਰ ਲੈ।
ਉਹ ਜੱਕੋ ਤੱਕੀ ਵਿੱਚ ਉੱਠ ਕੇ ਚਲੀ ਗਈ। ਜਦੋਂ ਬਾਲਣ ਲੈਣ ਆਈ ਤਾਂ ਬੱਚੇ ਦੇ ਕੋਲ ਬੈਠਣ ਲੱਗੀ। ਬਾਬਾ ਜੀ ਬੋਲੇ, ਜਾ ਘਰ ਨੂੰ ਤੇ ਇੱਕ ਪੈਰ ਤੋਂ ਬਾਅਦ ਆਵੀਂ। ਉਹ ਤੁਰ ਤਾਂ ਪਈ, ਪਰ ਇੱਕ ਦੋ ਵਾਰ ਪਿਛਾਂਹ ਮੁੜ ਕੇ ਦੇਖਦੀ ਰਹੀ। ਘਰੋਂ ਜਾ ਕੇ ਜਲਦੀ ਹੀ ਆ ਗਈ ਤਾਂ ਬਾਬਾ ਜੀ ਨੇ ਆਖਿਆ, ਮਾਈ ਕੱਪੜਾ ਚੁੱਕ ਕੇ ਆਪਣੇ ਪੁੱਤ ਨੂੰ ਦੇਖ ਲੈ। ਜਦੋਂ ਉਸ ਮਾਈ ਨੇ ਦੇਖਿਆ ਤਾਂ ਹੈਰਾਨ ਰਹਿ ਗਈ। ਇਉਂ ਲੱਗਾ ਜਿਵੇਂ ਬੱਚਾ ਕਦੇ ਬਿਮਾਰ ਹੀ ਨਹੀਂ ਹੋਇਆ। ਮਾਈ ਬੜੀ ਖੁਸ਼ ਹੋ ਰਹੀ ਹੈ। ਬਾਬਾ ਜੀ ਨੇ ਆਖਿਆ, ਮਾਤਾ ਹੁਣ ਇਹ ਬੱਚਾ ਸਾਡਾ ਹੈ, ਤੇਰਾ ਨਹੀਂ। ਰਹੇਗਾ ਤੇਰੇ ਕੋਲ ਹੀ, ਪਰ ਰਹੇਗਾ ਸਾਡਾ ਬਣ ਕੇ। ਇਹ ਸਿੱਧ ਪੁਰਖ ਹੋਏਗਾ। ਇਸ ਇਲਾਕੇ ਵਿੱਚ ਜਦੋਂ ਕੰਮ ਕਰਨਾ ਹੋਵੇਗਾ ਇਹਦੇ ਰਾਹੀਂ ਹੋਇਆ ਕਰੇਗਾ। ਪਰ ਇਹ ਗੱਲ ਅਜੇ ਕਿਸੇ ਨੂੰ ਦੱਸਣੀ ਨਹੀਂ, ਚੁੱਪ ਰਹਿਣਾ। ਮਾਤਾ ਨੇ ਬੇਨਤੀ ਕੀਤੀ, ਜੀ ਆਪ ਦਾ ਨਾਮ ਕੀ ਹੈ? ਬਾਬਾ ਜੀ ਨੇ ਦੱਸਿਆ, ਸਾਡਾ ਨਾਮ ਮਹਾਂ ਹਰਨਾਮ ਸਿੰਘ ਰੁੰਮੀ ਵਾਲੇ ਹੈ। ਬਾਬਾ ਜੀ ਨੇ ਬੱਚੇ ਦਾ ਨਾਮ ਪੁੱਛਿਆ ਤਾਂ ਮਾਤਾ ਨੇ ਦੱਸਿਆ, ਪਰ ਬਾਬਾ ਜੀ ਨੇ ਆਖਿਆ, ਇਹ ਨਾਮ ਸਾਨੂੰ ਪਾਇਆ ਨਹੀਂ, ਇਹਦਾ ਨਾਮ ਅਸੀਂ ਰੱਖਦੇ ਹਾਂ। ਇਸ ਦਾ ਨਾਮ ਹੈ ਮਿਰਚਾਂ ਖਾਣਾ। ਮਾਈ ਬੋਲੀ, ਇਹ ਕੀ ਕੋਈ ਨਾਂ ਆ? ਬਾਬਾ ਜੀ ਨੇ ਆਖਿਆ, ਇਹ ਸਾਡਾ ਹੈ, ਸਾਡੀ ਮਰਜ਼ੀ, ਜੋ ਨਾਮ ਮਰਜ਼ੀ ਰੱਖੀਏ, ਕਿਸੇ ਨੂੰ ਕੀ। ਜਾ ਇਸ ਨੂੰ ਲੈ ਜਾ, ਇਹ ਹੁਣ ਮਸਤ ਹੀ ਰਹੇਗਾ। ਗਰਮੀ ਸਰਦੀ ਭੁੱਖ ਤੇ ਦੀ ਇਹਨੂੰ ਕੋਈ ਪਰਵਾਹ ਨਹੀਂ ਰਹੇਗੀ। ਐਵੇਂ ਸਿਆਣਿਆਂ ਕੋਲ ਲੈ ਕੇ ਭੱਜਦੀ ਨਾ ਫਿਰੀ। ਮਾਈ ਨੇ 7 ਵਚਨ ਕੀਤਾ ਤੇ ਖੁਸ਼ੀ ਖੁਸ਼ੀ ਆਪਣੇ ਘਰ ਪਹੁੰਚ ਗਈ।